ਮੇਰੇ 'ਚ ਬਲੱਡ ਜੱਟਾਂ ਵਾਲਾ, ਜ਼ਿਮੀਂਦਾਰਾਂ ਵਾਲਾ, ਫੌਜੀਆਂ ਵਾਲਾ ਆ। ਸਿਆਸਤ ਵਾਲਾ ਜਿਵੇਂ ਦੇ ਹੁੰਦਾ ਫਿਰ ਸ਼ਾਇਦ ਮੈਂ ਰਜਾਈ ਨਾ ਕਰਦਾ ਤੱਗੜ ਸਾਹਿਬ। ਇਹ ਡੂਮਣੇ ਨਾਲ ਪੰਗਾ ਲੈ ਕੇ ਮੋਦੀ ਨੇ ਕਿੱਥੇ ਜਾਣਾ। ਔਰ ਮੈਂ ਓਪਨਲੀ ਕਹਿੰਦਾ, ਜਿਨ੍ਹਾਂ ਨੂੰ ਕਿਸੇ ਨੂੰ ਸ਼ੱਕ ਹੈ ਸਾਰੀਆਂ ਆਪੋ ਆਪਣੇ ਕਾਲ ਡਿਟੇਲਾਂ ਕਢਾ ਲੈਣਾ, ਫੇਰ ਪਤਾ ਲੱਗਦਾ ਵੀ ਖਲਿਆਣ ਲੰਗਰ 'ਚ ਬੈਠਾ ਕੀ ਕਹਿੰਦਾ ਕੀ ਕਹਿੰਦੇ। ਇੱਥੇ ਪੁੱਛਾਂ ਨਹੀਂ ਦੇ ਹੁੰਦੀਆਂ। ਜਿਹੜੀ ਅੱਜ ਗੱਲ ਹੈ ਮੰਡਲ ਪ੍ਰਧਾਨ ਦੀ ਆ, ਮੇਰਾ ਛੋਟਾ ਵੀਰ ਹੈ, ਪਰ ਪਤਾ ਨਹੀਂ ਕਿਸ ਕਾਰਨਾਂ ਕਰਕੇ ਉਹ ਜਿੱਦਾਂ ਨਾ, ਮੈਂ ਅੱਗੇ ਵੀ ਬਿਆਨ ਦੇ ਹਟਿਆ, ਇੱਦਾਂ ਡਗਮਾਉਂਦੇ ਜਿਹੇ ਆ ਥੁੱਕ ਕੇ। ਕਦੇ ਤੱਗੜ ਸਾਹਿਬ ਤੁਹਾਨੂੰ ਵੀ ਪਤਾ ਮੈਂ ਚਟਿਆ ਨਹੀਂ। ਜਦੋਂ ਤੁਹਾਡਾ ਬੀਜੇਪੀ ਦਾ ਮੰਡਲ ਪ੍ਰਧਾਨ ਚੱਕਿਆ, ਤੁਸੀਂ ਉਦੋਂ ਵੀ ਥਾਣੇ ਦੇ ਵਿੱਚ ਜਾ ਕੇ ਬਹਿਰੇ। ਓਂਕਾਰ ਨਗਰ ਦੇ ਵਿੱਚ ਤੁਹਾਡੀ ਕੌਂਸੀਆਂ ਲੜਾਈ ਹੋਈ, ਉਦੋਂ ਵੀ ਤੁਸੀਂ ਜਾ ਕੇ ਬਹਿਰੇ। ਖੁੱਲਾ ਸਮਾਨ ਥੱਲੇ ਖਲਿਆਣ ਬੈਠਾ। ਮੈਂ ਉਹਨਾਂ ਭਰਾਵਾਂ ਨੂੰ ਬੇਨਤੀ ਕਰਨੀ ਚਾਹੁੰਦਾ ਵੀ ਜੇ ਮੈਂ ਚੂਤਰਾਂ ਛੱਡਣੀਆਂ ਹੁੰਦੀਆਂ, ਪਰਮਾਤਮਾ ਪ੍ਰਕਾਸ਼ ਜੀ ਨੇ ਮੈਨੂੰ ਬਹੁਤ ਚੂਤਰਾਂ ਦਿੱਤੀਆਂ ਸੀਗੀਆਂ, ਤੇ ਮੈਨੂੰ ਉਹੀ ਛੱਡਣ ਦੀ ਲੋੜ ਨਹੀਂ ਸੀ ਜੇ ਮੈਂ ਨਵੇਂ ਸਿਰੇ ਕੋਈ ਚੂਤਰਾਂ ਕਰਨੀਆਂ ਹੁੰਦੀਆਂ। ਚੋਣਾਂ ਚਾਣਾਂ ਦੀ ਸਾਡੇ ਲਈ ਪਹਿਲਾਂ ਸਾਡੀ ਲੜਾਈ, ਸਾਡਾ ਹੱਕ ਇੱਥੇ ਰੱਖ। ਲੀਡਰੀ ਚਮਕਾਉਣ ਨੂੰ, ਖਲਿਆਣ ਨੂੰ ਬਦਨਾਮ ਹੀ ਕਰੀ ਜਾਂਦੇ ਆ। ਜੇ ਸਿਆਸਤ ਦੇ ਵਿੱਚੋਂ ਮੈਂ 10 ਰੁਪਈਏ ਦੀ ਕੋਈ ਕਮਾਈ, ਜਾਂ ਕਿਸੇ ਨੇ ਮੈਂ ਕਿਸੇ ਕੋਲੋਂ ਕੋਈ ਰਿਸ਼ਵਤ, ਜਾਂ ਮੈਂ ਕੋਈ ਕਿਸੇ ਉਹਦੀ ਜੁੱਤੀ 'ਚ ਪਾਣੀ ਪੀ ਜੂੰਗਾ। ਜੇ ਮੈਂ ਸਿਆਸਤ ਕੀਤੀ, ਮੈਂ ਆਪਣੇ ਸ਼ੌਂਕ ਨੂੰ ਕੀਤੀ। ਮੇਰੀ ਲੜਾਈ ਉਹ ਮੋਦੀ ਆ, ਉਹਨਾਂ ਹੰਕਾਰੀਆਂ ਨਾਲ, ਅਡਾਨੀਆਂ ਬਾਨੀਆਂ ਨਾਲ ਸਾਡੀ ਲੜਾਈ ਆ। ਬੀਜੇਪੀ ਵਾਲੇ ਤਾਂ ਕੋਈ ਮਤਲਬ ਇਹ ਤਾਂ ਤੁਸੀਂ ਵਰਕਾ ਹੀ ਪਾੜ ਦੋ। ਜਿਹੜੀ ਐਡੀ ਮਾੜੀ ਪਾਰਟੀ ਘੱਟ ਗਿਣਤੀਆਂ ਨੂੰ ਖਤਮ ਕਰਨ ਤੇ ਤੁਰਿਓ ਆ। ਪਰਮਾਤਮਾ ਕਰੇ ਮੋਦੀ ਦੀ ਧੌਣ ਦਾ ਕੀਲਾ ਟੁੱਟੇ। ਇਹ ਪਰਿਵਾਰ ਦੇ ਵਿੱਚ ਜਿਹੜੀ ਇੰਟਰਵਿਊ ਲਈ ਆ, ਤੱਗੜ ਸਾਹਿਬ ਤੁਹਾਡਾ ਕੋਟ ਕੋਟ ਧੰਨਵਾਦ ਕਰਦਾ। ਜਦੋਂ ਤੋਂ ਦੇਸ਼ ਦੇ ਪ੍ਰਧਾਨ ਮੰਤਰੀ ਵੱਲੋਂ ਖੇਤੀ ਕਾਨੂੰਨ ਬਿੱਲ ਪਾਸ ਕੀਤੇ ਗਏ, ਉਸ ਤੋਂ ਬਾਅਦ ਕਾਫੀ ਕਿਸਾਨ ਜਥੇਬੰਦੀਆਂ ਵਿੱਚ ਰੋਸ ਵੀ ਪਾਇਆ ਗਿਆ, ਜਿਸ ਤੋਂ ਬਾਅਦ ਪਿਛਲੇ 6-7 ਮਹੀਨਿਆਂ ਤੋਂ ਰੋਸ ਪ੍ਰਦਰਸ਼ਨ ਕੀਤੇ ਜਾ ਰਹੇ ਆ, ਤੇ ਜਿਸ ਦੇ ਤਹਿਤ ਜਿਹੜਾ 26 ਤਰੀਕ ਤੋਂ ਦਿੱਲੀ ਦੇ ਵਿੱਚ ਜਿਹੜਾ ਸਿੰਘੂ ਬਾਰਡਰ ਤੇ ਧਰਨੇ ਵੀ ਲਗਾਏ ਜਾ ਰਹੇ ਆ। ਉਸ ਤੋਂ ਬਾਅਦ ਕਾਫੀ ਉਥਲ-ਪੁਥਲ ਹੋਣੀ ਸ਼ੁਰੂ ਹੋ ਗਈ, ਕਿਉਂਕਿ ਪੰਜਾਬ ਕੀ ਪੂਰੀ ਦੁਨੀਆ ਦੇ ਵਿੱਚ ਜਿਹੜਾ ਭਾਜਪਾ ਪਾਰਟੀ ਨੂੰ ਸਾਰਿਆਂ ਵੱਲੋਂ ਬੜਾ ਹੀ ਦੂਸਰੀ ਨਿਗਾਹ ਨਾਲ ਦੇਖਿਆ ਗਿਆ, ਜੋ ਕਿ ਮੰਨਿਆ ਜਾ ਰਿਹਾ ਕਿਸਾਨਾਂ ਨਾਲ ਧੱਕਾ ਕਰ ਰਹੀ ਆ, ਬਾਕੀ ਜਿਹੜੇ ਕਿ ਸਮਾਜ ਨਾਲ ਧੱਕਾ ਕਰ ਰਹੀ ਆ, ਬੜੀ ਨਫ਼ਰਤ ਨਾਲ ਲੋਕ ਦੇਖਣਾ ਸ਼ੁਰੂ ਕਰ ਦਿੱਤਾ। ਉਸ ਤੋਂ ਬਾਅਦ ਜਿਹੜੇ ਪੰਜਾਬ ਦੇ ਵਿੱਚ ਭਾਜਪਾ ਦੇ ਲੀਡਰ ਸਨ, ਖਾਸ ਤੌਰ ਤੇ ਉਹਨਾਂ ਲਈ ਲੁਕਣਾ ਵੀ ਬੜਾ ਔਖਾ ਹੋ ਰਿਹਾ ਸੀ। ਪਰ ਜਿਹੜੇ ਕਈ ਲੋਕ ਸਨ, ਕਈਆਂ ਨੇ ਤਾਂ ਹਜੇ ਤੱਕ ਭਾਜਪਾ ਪਾਰਟੀ ਦੇ ਵਿੱਚ ਰਹਿ ਕੇ ਉਹਨਾਂ ਤਾਰੀਫਾਂ ਕਰ ਰਹੇ ਆ, ਪਰ ਕਈ ਜਿਹੜੇ ਪਿੰਡਾਂ ਦੇ ਵਿੱਚ ਲੀਡਰ ਰਹਿ ਰਹੇ ਆ, ਖਾਸ ਤੌਰ ਤੇ ਸਿਰ ਤੇ ਦਸਤਾਰਾਂ ਸਜਾ ਰਹੇ ਆ, ਉਹਨਾਂ ਦੇ ਵਿੱਚ ਕੁਝ ਇਹੋ ਜਿਹੇ ਭਾਜਪਾ ਲੀਡਰ ਸਨ ਜਿਨ੍ਹਾਂ ਨੇ ਉਹਨਾਂ ਨੂੰ ਅਲਵਿਦਾ ਆਖ ਦਿੱਤਾ ਆ। ਹੁਣ ਅਸੀਂ ਗੱਲ ਕਰਾਂਗੇ ਫਗਵਾੜਾ ਦੇ, ਜਿਹੜੇ ਕਿ ਕਾਫੀ ਲੰਬੇ ਸਾਲਾਂ ਤੋਂ ਭਾਜਪਾ ਦੇ ਵਿੱਚ ਸੇਵਾਵਾਂ ਵੀ ਨਿਭਾਈਆਂ, ਜੋ ਕਿ ਬੀਜੇਪੀ ਲਈ ਕਾਫੀ ਵੱਡੇ ਪੱਧਰ ਤੇ ਕੰਮ ਕੀਤਾ, ਜਿਨ੍ਹਾਂ ਨੇ ਸਿੱਧੋ ਸਿੱਧੀ ਸਿਆਸੀ ਤੌਰ ਤੇ ਕਾਂਗਰਸ ਨਾਲ ਜਾਂ ਹੋਰ ਪਾਰਟੀਆਂ ਨਾਲ ਜਿਹੜੀਆਂ ਲੜਾਈਆਂ ਵੀ ਲੜੀਆਂ। ਹੁਣ ਅਸੀਂ ਗੱਲ ਕਰਾਂਗੇ ਇੰਦਰਜੀਤ ਸਿੰਘ ਖਲਿਆਣ ਦੇ ਨਾਲ, ਜੋ ਕਿ ਇਹਨਾਂ ਤੋਂ ਜਾਣਾਂਗੇ ਕੀ ਕਾਰਨ ਹੋਇਆ ਜਿਹੜਾ ਭਾਜਪਾ ਪਾਰਟੀ ਛੱਡਣੀ ਪਈ। ਖਲਿਆਣ ਸਾਹਿਬ, ਤੁਸੀਂ ਪਹਿਲੇ ਦਰਜੇ ਦੇ ਸਿਆਸਤ ਦੇ ਵਿੱਚ ਭਾਜਪਾ ਦੇ ਲੀਡਰ ਸੀ ਫਗਵਾੜੇ ਦੇ ਵਿੱਚ, ਤੇ ਤੁਹਾਨੂੰ ਕਾਫੀ ਨਜ਼ਦੀਕੀ ਮੰਨਿਆ ਗਿਆ, ਤੁਸੀਂ ਇਲੈਕਸ਼ਨਾਂ ਵਿੱਚ ਵੀ ਅੱਗੇ ਆਉਂਦੇ ਗਏ, ਤੁਹਾਡੇ ਪਰਚੇ ਪੁਰਚੇ ਤੱਕ ਕਰਾਉਣ ਤੱਕ ਦੀਆਂ ਗੱਲਾਂ ਵੀ ਹੋਈਆਂ, ਪਰ ਕੀ ਕਾਰਨ ਬਣ ਗਿਆ ਜਿਹੜਾ ਤੁਸੀਂ ਭਾਜਪਾ ਛੱਡ ਕੇ ਅੱਜ ਇੱਥੇ ਬੈਠੇ ਹੋ? ਮੈਂ ਭਾਜਪਾ ਛੱਡਣ ਦਾ ਕਾਰਨ, ਤੱਗੜ ਸਾਹਿਬ ਹੁਣ 53 ਦਿਨ ਤਾਂ ਦਿੱਲੀ ਹੋ ਗਏ। 3 ਮਹੀਨੇ ਪਹਿਲਾਂ ਇੱਥੇ ਟ੍ਰੇਨਾਂ ਰੋਕੀਆਂ, ਸਰਕਾਰ ਦੇ ਸਿਰ ਤੇ ਜੂੰ ਨਹੀਂ ਸਰਕੀ। ਹੁਣ ਮੈਂ ਵੀ ਜ਼ਮੀਨੀ ਕਿਸਾਨੀ ਨਾਲ ਜੁੜਿਆ ਆ, ਖੇਤੀ ਕਰਦਾ। ਮੇਰੇ ਅੰਦਰ ਜ਼ਮੀਰ ਜੇ ਮੰਨ ਲਓ ਜ਼ਮੀਰ ਮਰਨ ਵਾਲੀ ਗੱਲ ਆ ਗਈ ਸੀ ਵੀ ਜਿਹੜੀ ਮੈਨੂੰ ਬੀਜੇਪੀ ਛੱਡ ਕੇ ਕਿਸਾਨ ਜਥੇਬੰਦੀਆਂ ਦੇ ਪਿੱਛੇ ਲੱਗ ਕੇ ਉਹਨਾਂ ਦਾ ਸਹਿਯੋਗ ਦੇਣ ਦਾ ਮੈਨੂੰ ਬਲ ਮਿਲਿਆ। ਤੇ ਮੈਂ ਆਪਣੇ ਆਪ ਨੂੰ ਬੜਾ ਭਾਗਾਂ ਵਾਲਾ ਸਮਝਦਾ ਕਿ ਮੈਂ ਆਪਣੇ ਭਰਾਵਾਂ ਦੇ ਨਾਲ ਜਿੰਨੇ ਜੋਗੇ ਹੈਗੇ ਅਸੀਂ ਜਿਹੜੀ ਕਿਸਾਨ ਜਥੇਬੰਦੀਆਂ ਦਾ ਧਰਨਾ ਚੱਲਦਾ ਜਾਂ ਮੋਰਚਾ ਚੱਲਦਾ, ਉਹਦਾ ਅਸੀਂ ਪਿੱਛੇ ਰਹਿ ਕੇ ਜਿਹੜਾ ਸਾਥ ਦੇ ਰਹੇ। ਪਰ ਇੱਕ ਗੱਲ ਕਲੀਅਰ ਕਰੋ, ਹਜੇ ਵੀ ਲੋਕਾਂ ਦੇ ਵਿੱਚ ਇੱਕ ਵਹਿਮ ਹੈਗਾ ਆ, ਉਹ ਕਹਿੰਦੇ ਵੀ ਇੰਦਰਜੀਤ ਸਿੰਘ ਖਲਿਆਣ ਨੇ ਬੀਜੇਪੀ ਦੇ ਅਹੁਦੇ ਛੱਡੇ ਆ, ਪਾਰਟੀ ਨਹੀਂ ਛੱਡੀ। ਇਹ ਕਲੀਅਰ ਕਰ ਦਿਓ, ਤੁਸੀਂ ਕੀ ਕੀਤਾ ਹੈਗਾ, ਤੁਹਾਡਾ ਫੈਸਲਾ ਕੀ ਹੈਗਾ? ਇਹ ਜਿਨ੍ਹਾਂ ਨੇ ਤੱਗੜ ਸਾਹਿਬ ਰੋਟੀਆਂ ਸੇਕਣੀਆਂ ਨਾ, ਉਹ ਇਹ ਗੱਲਾਂ ਫੈਲਾ ਰਹੇ ਆ। ਮੈਂ ਮੁੱਢਲੀ ਮੈਂਬਰਸ਼ਿਪ ਤੋਂ ਰਿਜ਼ਾਈਨ ਕੀਤਾ ਬੀਜੇਪੀ ਦੇ, ਉਹ ਰੇਲਵੇ ਦਾ ਉਹਦਾ ਪਲੱਸ ਜਨਰਲ ਸੈਕਟਰੀ ਬੀਜੇਪੀ ਦੀ ਨਿੱਜੀ ਜਿਹੜੀ ਮੈਂ ਰਿਜ਼ਾਈਨ ਕੀਤਾ। ਮੇਰਾ ਕੋਈ ਇਹੋ ਜਿਹਾ ਵਿਚਾਰ ਨਹੀਂ ਹੈਗਾ ਕਿ ਮੈਂ
ਪੋਲੀਟੀਕਲੀ ਇੱਥੇ ਕੋਈ ਮੇਰੇ ਮਨ 'ਚ ਵਹਿਮ ਹੈ। ਮੈਂ ਇਸ ਗੱਲ ਨੂੰ ਨਾ ਬੜੇ ਦੁੱਖ ਨਾਲ ਕਹਿਣਾ ਕਿ ਜੇ ਬੰਦੇ ਹਜੇ ਜਿਹੜੇ ਬੰਦੇ ਮੈਨੂੰ ਇਸ ਨਿਗਾਹ ਨਾਲ ਦੇਖਦੇ ਆ ਕਿ ਖਲਿਆਣ ਹਜੇ ਪਾਰਟੀ ਨਹੀਂ ਛੱਡ ਕੇ ਆਇਆ, ਬੜੀ ਮੰਦਭਾਗੀ ਗੱਲ ਹੈ। ਮੈਂ ਥੁੱਕ ਕੇ ਕਦੇ ਤੱਗੜ ਸਾਹਿਬ ਤੁਹਾਨੂੰ ਵੀ ਪਤਾ ਮੈਂ ਚਟਿਆ ਨਹੀਂ, ਤੇ ਜਿਹਦੇ ਨਾਲ ਮੈਂ ਖੜਦਾ ਮੈਂ ਮੋਢੇ ਨਾਲ ਮੋਢਾ ਲਾ ਕੇ ਖੜਦਾ, ਵੇਰ ਕੇ ਖੜਦਾ। ਹੁਣ ਜੇ ਮੈਂ ਜਥੇਬੰਦੀਆਂ ਨਾਲ ਖੜਾ, ਮੈਂ ਕੋਈ ਲੀਡਰ ਨਹੀਂ ਹੈਗਾ, ਆਮ ਕਿਸਾਨ ਬਣ ਕੇ ਮੈਂ 26 ਤਰੀਕ ਤੋਂ ਇਸ ਲੰਗਰ ਦੇ ਵਿੱਚ ਬਹਿ ਕੇ ਜਿਹੜੇ ਸਾਡੇ ਵਲੰਟੀਅਰ ਸੇਵਾ ਕਰਦੇ ਆ ਉਹਨਾਂ ਦਾ ਕੋਈ ਇੱਥੇ ਸਾਡੇ ਕੋਲ ਪੈਸੇ ਲੈ ਕੇ ਆਉਂਦੇ ਆ, ਕੁਛ ਰਾਸ਼ਨ ਲੈ ਕੇ ਆਉਂਦੇ ਆ, ਉਹਨਾਂ ਦਾ ਮਾੜਾ ਮੋਟਾ ਮਾਣ ਸਤਿਕਾਰ ਕਰੀਦਾ ਇੱਥੇ ਬਹਿ ਕੇ। ਜਿੰਨੀ ਵੀ ਜੋਗੇ ਵੀ ਹੈਗੇ ਆ ਉਹ ਕਿਸਾਨਾਂ ਦਾ ਸਾਥ ਦੇਣ ਲੈ ਆਏ ਆ। ਬਿਲਕੁਲ ਮੈਂ ਉਹਨਾਂ ਭਰਾਵਾਂ ਨੂੰ ਬੇਨਤੀ ਕਰਨੀ ਚਾਹੁੰਦਾ ਵੀ ਜੇ ਮੈਂ ਚੌਧਰਾਂ ਛੱਡਣੀਆਂ ਹੁੰਦੀਆਂ, ਪਰਮਾਤਮਾ ਸੋਮ ਪ੍ਰਕਾਸ਼ ਜੀ ਨੇ ਮੈਨੂੰ ਬਹੁਤ ਚੌਧਰਾਂ ਦਿੱਤੀਆਂ ਹੈਗੀਆਂ, ਫਿਰ ਮੈਨੂੰ ਉਹੀ ਛੱਡਣ ਦੀ ਲੋੜ ਨਹੀਂ ਸੀ ਜੇ ਮੈਂ ਨਵੇਂ ਸਿਰੇ ਕੋਈ ਚੌਧਰਾਂ ਕਰਨੀਆਂ ਹੁੰਦੀਆਂ। ਪਰ ਗੱਲ ਤਾਂ ਇਹ ਵੇਖਣ ਨੂੰ ਮਿਲ ਰਹੀ ਆ, ਜਦੋਂ ਤੁਹਾਡਾ ਬੀਜੇਪੀ ਦਾ ਮੰਡਲ ਪ੍ਰਧਾਨ ਚੱਕਿਆ ਤੁਸੀਂ ਉਦੋਂ ਵੀ ਥਾਣੇ ਦੇ ਵਿੱਚ ਜਾ ਕੇ ਬਹਿਰੇ, ਓਂਕਾਰ ਨਗਰ ਦੇ ਵਿੱਚ ਤੁਹਾਡੀ ਕਾਂਗਰਸੀਆਂ ਲੜਾਈ ਹੋਈ ਉਦੋਂ ਵੀ ਤੁਸੀਂ ਜਾ ਕੇ ਬਹਿਰੇ। ਦੂਜੇ ਪਾਸੇ ਕਾਂਗਰਸ ਵੱਲੋਂ ਵੀ ਤੁਹਾਡੇ ਤੇ ਕਾਫੀ ਤੰਜ ਕੱਸਣੇ ਸ਼ੁਰੂ ਕਰ ਦਿੱਤੇ ਸਨ ਕਿ ਇੰਦਰਜੀਤ ਖਲਿਆਣ ਦਾ ਬੀਜੇਪੀ ਲਈ ਇਸ ਤਰ੍ਹਾਂ ਆ। ਹੁਣ ਤੁਹਾਨੂੰ ਲੱਗਦਾ ਵੀ ਤੁਸੀਂ ਬੀਜੇਪੀ ਪਾਰਟੀ ਛੱਡ ਕੇ ਇਕੱਲੇ ਜੇ ਹੋ ਗਏ ਹੋ ਜਾਂ ਅਗਲੀ ਤੁਹਾਡੀ ਕੋਈ ਪਲੈਨਿੰਗ ਹੈਗੀ ਹੋਰ ਪਾਰਟੀ ਵਿੱਚ ਜਾਣ ਦੀ? ਬਿਲਕੁਲ ਮੇਰੀ ਕੋਈ ਇਦਾਂ ਦੀ ਕੋਈ ਮਨ ਇੱਛਾ ਨਹੀਂ ਹੈਗੀ ਕਿ ਮੈਂ ਪਾਰਟੀ ਜੁਆਇਨ ਕਰੂੰਗਾ। ਜਿਹੜੀ ਗੱਲ ਲੜਾਈ ਦੀ ਹੈ, ਮੈਂ ਤੁਹਾਨੂੰ ਪਹਿਲਾਂ ਦੇਖੋ ਇਹਦਾ ਆਮ ਫਗਵਾੜਾ ਜਾਣ ਦਾ ਪਿੱਛੇ ਤੁਸੀਂ ਮੇਰਾ ਬੜਾ ਵੱਡਾ ਸਾਥ ਦਿੱਤਾ ਸੀ ਜਦੋਂ ਮੈਂ ਕਿਸੇ ਅੰਦਰੂਨੀ ਚ ਤੁਸੀਂ ਮੈਨੂੰ ਜਾਣਦੇ ਵੀ ਨਹੀਂ ਸੀਗੇ। ਤੁਸੀਂ ਇਨਸਾਨੀਅਤ ਤੌਰ ਤੇ ਇੱਕ 3-4 ਲੱਖ ਦਾ ਕੈਮਰਾ ਜਿਹੜਾ ਪ੍ਰਸ਼ਾਸਨ ਦੇ ਹਵਾਲੇ ਕਰ ਦਿੱਤਾ ਸੀ ਤੱਗੜ ਸਾਹਿਬ, ਉਹ ਵੀ ਤੁਹਾਡਾ ਮੈਂ ਧੰਨਵਾਦ ਕਰਦਾ। ਉਦੋਂ ਕਈ ਚੋਟੀ ਦੇ ਨਾਲ ਮੇਰਾ ਸਾਥ ਛੱਡ ਕੇ ਭੱਜ ਗਏ ਸੀ। ਜਿਹੜੀ ਅੱਜ ਗੱਲ ਹੈ ਮੰਡਲ ਪ੍ਰਧਾਨ ਦੀ ਆ, ਮੇਰਾ ਛੋਟਾ ਵੀਰ ਹੈ, ਪਰ ਪਤਾ ਨਹੀਂ ਕਿਸ ਕਾਰਨਾਂ ਕਰਕੇ ਉਹ ਜਿੱਦਾਂ ਨਾ ਮੈਂ ਅੱਗੇ ਵੀ ਬਿਆਨ ਦੇ ਹਟਿਆ, ਇੱਦਾਂ ਡਗਮਾਉਂਦੇ ਜੇ ਜੇ ਤੁਹਾਡੇ ਵਿੱਚ ਜੇ ਤੁਸੀਂ ਸਾਫ਼ ਹੋ, ਜੇ ਤੁਹਾਡੇ ਵਿੱਚ ਇਨਸਾਨੀਅਤ ਹੈ, ਜੇ ਤੁਹਾਡੇ ਵਿੱਚ ਥੋੜ੍ਹਾ ਬਹੁਤਾ ਵੀ ਅਸੀਂ ਜ਼ਿਮੀਂਦਾਰ ਹੋ, ਤੇ ਮੈਂ ਨਾ ਬਹੁਤ ਬੰਦਿਆਂ ਨੂੰ ਇਹ ਗੱਲ ਕਹਿਣੀ ਚਾਹੁੰਦਾ, ਬੜਾ ਭੁਲੇਖਾ ਕਿ ਇੰਦਰਜੀਤ ਖਲਿਆਣ ਸਾਰਿਆਂ ਨੂੰ ਰਿਜ਼ਾਈਨ ਕਰਨ ਨੂੰ ਕਹਿੰਦਾ। ਮੈਂ ਨਹੀਂ ਕਿਸੇ ਨੂੰ ਕਹਿੰਦਾ, ਚੋਰੀ ਛੁਪੀ ਆ ਕੇ ਇੱਥੇ ਲੋਕਾਂ ਨਾਲ ਸਲਾਹਾਂ ਕਰਨੀਆਂ ਮੈਂ ਉਹਨੂੰ ਮੰਦਭਾਗਾ ਕਹਿੰਦਾ। ਲੇਕਿਨ ਮੈਂ ਕਹਿੰਦਾ ਜਿਹੜੀ ਜ਼ਮੀਰ ਆ ਸਿੱਧਾ ਆ ਕੇ ਇੱਥੇ ਲੰਗਰ ਦੇ ਵਿੱਚ ਆ ਕੇ ਆਪਣੀ ਜ਼ਮੀਰ ਨੂੰ ਜਗਾਵੇ ਤੇ ਜਿਹੜੀਆਂ ਕਿਸਾਨ ਜਥੇਬੰਦੀਆਂ ਦਾ ਉਹ ਸਾਥ ਦੇਵੇ। ਜੇ ਮੈਂ ਬੀਜੇਪੀ ਦੇ ਨਾਲ ਖੜਾ ਸੀ ਤੇ ਮੈਂ ਠੋਕ ਵਜਾ ਕੇ ਖੜਾ ਸੀ। ਬਹੁਤ ਪੋਲੀਟੀਕਲ ਪਾਰਟੀਆਂ ਨੂੰ ਭੁਲੇਖਾ ਕੇ ਖਲਿਆਣ ਯਾਰ ਮੈਂ ਸਿਆਸਤ ਕੀਤੀ ਆ, ਮੇਰੇ ਨਾਲ ਕੋਈ ਸਾਹਮਣੇ ਵੇਰ ਕੇ ਗੱਲ ਕਰ ਲਵੇ। ਜੇ ਸਿਆਸਤ ਦੇ ਵਿੱਚੋਂ ਮੈਂ 10 ਰੁਪਈਏ ਦੀ ਕੋਈ ਕਮਾਈ ਜਾਂ ਕਿਸੇ ਨੇ ਮੈਂ ਕਿਸੇ ਕੋਲੋਂ ਕੋਈ ਰਿਸ਼ਵਤ ਜਾਂ ਮੈਂ ਕੋਈ ਕਿਸੇ ਉਹਦੀ ਜੁੱਤੀ 'ਚ ਪਾਣੀ ਪੀ ਜੂੰਗਾ। ਜੇ ਮੈਂ ਸਿਆਸਤ ਕੀਤੀ ਮੈਂ ਆਪਣੇ ਸ਼ੌਂਕ ਨੂੰ ਕੀਤੀ। ਲੇਕਿਨ ਜਿਨ੍ਹਾਂ ਨੂੰ ਸ਼ਾਇਦ ਮੈਂ ਨਹੀਂ ਵੀ ਹਜੇ ਚੰਗਾ ਲੱਗਦਾ ਉਹਨਾਂ ਦਾ ਵੀ ਬਹੁਤ ਧੰਨਵਾਦ ਆ। ਜਿਨ੍ਹਾਂ ਨੂੰ ਮੈਨੂੰ ਪਿਆਰ ਕਰਨ ਵਾਲੇ ਆ ਉਹਨਾਂ ਦਾ ਵੀ ਮੈਨੂੰ ਬਹੁਤ ਧੰਨਵਾਦ। ਗੱਲਾਂ ਇਹ ਚੱਲ ਰਹੀਆਂ, ਕਿਸਾਨੀ ਅੰਦੋਲਨ ਚੱਲ ਰਿਹਾ ਆ, ਕਿਸਾਨੀ ਅੰਦੋਲਨ ਮੁੱਕ ਜਾਣਾ ਆ, ਗੱਲ ਰਵਾਂ ਹੋ ਜਾਣੀਆਂ ਤੇ ਇੰਦਰਜੀਤ ਖਲਿਆਣ ਫਿਰ ਘਰ ਵਾਪਸੀ। ਮੈਂ ਆਪਣੇ ਘਰ ਨੂੰ ਮੈਂ ਜਾਣਾ, ਪੋਲੀਟੀਕਲ ਪਾਰਟੀ ਦੇ ਘਰ ਤੋਂ ਨਹੀਂ ਜਾਣਾ। ਬੀਜੇਪੀ ਦੀ ਗੱਲ ਕਰ ਨਹੀਂ ਮੈਂ ਤੱਗੜ ਸਾਹਿਬ ਬਹੁਤ ਦੇਖੋ ਸੋਮ ਪ੍ਰਕਾਸ਼ ਜੀ ਮੇਰੇ ਸਰਕਾਰ ਜੀ, ਮੇਰੀ ਉਹਨਾਂ ਨਾਲ ਕੋਈ ਨਿੱਜੀ ਲੜਾਈ ਨਹੀਂ ਹੈਗੀ। ਮੇਰੀ ਲੜਾਈ ਉਹ ਮੋਦੀਆਂ ਆ, ਉਹਨਾਂ ਹੰਕਾਰੀਆਂ ਨਾਲ, ਅਡਾਨੀਆਂ ਬਾਨੀਆਂ ਨਾਲ ਸਾਡੀ ਲੜਾਈ ਆ। ਮੈਂ ਕਦੇ ਵੀ ਜ਼ਿੰਦਗੀ ਦੇ ਵਿੱਚ ਤੁਹਾਡੇ ਔਨ ਰਿਕਾਰਡ ਕੈਮਰਾ ਰਹਿੰਦਾ ਕਦੇ ਵੀ ਬੀਜੇਪੀ ਜੁਆਇਨ ਨਹੀਂ ਕਰੂੰਗਾ। ਇੱਥੇ ਤੱਕ ਮੇਰੀ ਸੋਚ ਹੈ ਕਿ ਮੈਂ ਕਿਸੇ ਪੋਲੀਟੀਕਲ ਪਾਰਟੀ ਸ਼ਾਇਦ ਨਾ ਹੀ ਜੁਆਇਨ ਕਰਾਂ, ਸ਼ਾਇਦ ਹੈ। ਪਰ ਬੀਜੇਪੀ ਵਾਲੇ ਤਾਂ ਕੋਈ ਮਤਲਬ ਇਹ ਤਾਂ ਤੁਸੀਂ ਵਰਕਾ ਹੀ ਪਾੜ ਦਿਓ। ਜਿਹੜੀ ਐਡੀ ਮਾੜੀ ਪਾਰਟੀ ਘੱਟ ਗਿਣਤੀਆਂ ਨੂੰ ਖਤਮ ਕਰਨ ਤੇ ਤੁਲਿਓ ਆ ਹੈ। ਇਹ ਉੱਥੇ ਦਿੱਲੀ ਦੇ ਵਿੱਚ ਸੰਘਰਸ਼ ਦੇ ਵਿੱਚ ਤੁਸੀਂ ਦੇਖੋ ਕਿੱਦਾਂ ਦੇ ਉੱਥੇ ਹਾਲਾਤ ਪੈਦਾ ਕਰ ਦਿੰਦੇ ਆ। ਇੱਥੇ ਵੀ ਬੜੇ ਲੋਕ ਇੱਦਾਂ ਦੇ ਹੈਗੇ ਆ ਫਗਵਾੜੇ ਸਾਡੇ ਦੇ ਵਿੱਚ ਜਿਹੜੀ ਆਪਣੀ ਲੀਡਰੀ ਚਮਕਾਉਣ ਨੂੰ ਖਲਿਆਣ ਨੂੰ ਬਦਨਾਮੀ ਕਰੀ ਜਾਂਦੇ ਆ ਵੀ ਖਲਿਆਣ ਆਹ ਕਹਿੰਦਾ, ਖਲਿਆਣ ਉਹ ਕਹਿੰਦਾ, ਖਲਿਆਣ ਇਹਦੀ। ਮੈਂ ਕਿਸੇ ਦੀ ਵੀਰ ਜੀ ਵਿਰੋਧਤਾ ਨਹੀਂ ਕਰਦਾ, ਸਾਰੇ ਹੀ ਸਤਿਕਾਰਯੋਗ ਹੋ। ਬੀਜੇਪੀ ਛੱਡ ਕੇ ਇਸ ਲੰਗਰ ਦੇ ਵਿੱਚ ਜੀ ਆਇਆਂ ਨੂੰ। ਲੇਕਿਨ ਬਾਕੀ ਜਿਹੜੀਆਂ ਪੋਲੀਟੀਕਲ ਪਾਰਟੀਆਂ ਸਾਰੇ ਸਰਪੰਚ ਪੰਚ ਅਸੀਂ ਹਰ ਇੱਕ ਪਿੰਡਾਂ ਦੇ ਬੰਦੇ ਕਿਸੇ ਨਾ ਕਿਸੇ ਨਾਲ ਜੁੜਿਓ ਆ, ਹਰ ਇੱਕ ਪਾਰਟੀ ਦੇ ਨਾਲ ਜੁੜਿਓ, ਉਹਨਾਂ ਦੇ ਸਹਿਯੋਗ ਦੇ ਨਾਲ ਹੀ, ਸਾਰਿਆਂ ਦੇ ਸਹਿਯੋਗ ਦੇ ਨਾਲ ਹੀ ਇਹ। ਪਰ ਵੱਡੀ ਗੱਲ ਇਹ ਆ ਵੀ ਜੁੜੇ ਵਾਕਈ ਆ, ਮੈਂ ਵੀ ਜੁੜਿਆ ਆ, ਤੁਸੀਂ ਵੀ ਜੁੜੇ ਆ। ਪਰ ਕਿਸਾਨੀ ਅੰਦੋਲਨ ਦੇ ਵਿੱਚ ਕਿਸੇ ਨੇ ਅਕਾਲੀ ਦਲ ਨਹੀਂ ਦੇਖਿਆ, ਕਿਸੇ ਨੇ ਬੀਜੇਪੀ ਨਹੀਂ ਦੇਖੀ, ਕਿਸੇ ਨੇ ਕਾਂਗਰਸ ਨਹੀਂ ਦੇਖੀ। ਕਿਸਾਨੀ ਅੰਦੋਲਨ ਸਾਰੇ ਇੱਕ ਹੋ ਗਏ। ਉਹ ਕਹਿੰਦੇ ਪਾਰਟੀਆਂ ਆ ਕੇ ਦੇਖਾਂਗੇ, ਪਹਿਲਾਂ ਆਪਾਂ ਲੜਾਈ ਲੜ ਲਈਏ। ਬੀਜੇਪੀ ਦੇ ਜਿਹੜੇ ਆਮ ਵਰਕਰ ਥੱਲੇ ਵਾਲੇ ਸੀ ਉਹਦਾ ਵਿਚਾਰੇ ਉਦੋਂ ਦੇ ਤੁਰ ਪਏ ਉਹ ਜਿਹੜੇ ਮੇਰੇ ਟੁਠਾਰੇ ਆ ਨਾ, ਉਹ ਥੋੜ੍ਹਾ ਜਿਹਾ ਦੋਨਾਂ ਪਾਸਾ ਦੇਖੀ ਜਾਂਦੇ ਆ ਵੀ ਸਾਡੀ ਲੀਡਰੀ ਪ੍ਰਧਾਨਗੀ ਵੀ ਨਾ ਜਾਵੇ
ਤੇ ਇਧਰੋਂ ਕਿਸਾਨ ਜਥੇ ਵਾਲੀਆਂ ਨੂੰ ਵੀ ਮੰਨ ਜਾਣ, ਆਸੇ-ਪਾਸਿਓਂ ਸਲਾਹਾਂ ਕਰੀ ਜਾਂਦੇ। ਯਾਰ ਇਹ ਤੱਗੜ ਸਾਹਿਬ, ਇਹ ਕੋਈ ਇਨਸਾਨੀਅਤ ਥੋੜੀ ਹੈ। ਨੰਗੇ ਧੜ, ਜੇ ਤੁਸੀਂ ਜਿੰਨਾ ਖੜਨਾ ਨੰਗੇ ਧੜ ਨੱਚੋ। ਇਹਦਾ ਜੀ ਲੜਾਈ ਆ। ਅਸੀਂ ਤਾਂ ਤੱਗੜ ਸਾਹਿਬ ਹੋਰ ਲੜਾਈਆਂ ਲੜਦੇ ਇੱਥੇ ਤੱਕ ਆ ਗਏ, ਪਰ ਆਪਾਂ ਮਨੋਂ ਕਹਿੰਦੇ ਆ ਜੇ ਬੀਜੇਪੀ ਮੈਂ ਇੱਕ ਹੋਰ ਸਾਬਤ ਕਰ ਦੂੰਗਾ। ਕਾਲ ਡਿਟੇਲਾਂ ਕਢਾ ਕੇ ਦੇਖ ਲਓ, ਕਾਲ ਡਿਟੇਲਾਂ, ਮੇਰੀ ਕਾਲ ਡਿਟੇਲ ਵੀ ਕਢਾ ਕੇ ਦੇਖ ਲਓ। ਸ਼ਰੇ ਓਪਨਲੀ ਕਹਿੰਦਾ, ਫੇਰ ਪਤਾ ਲੱਗਣਾ ਚੋਰ ਕੌਣ ਹੁੰਦੇ ਆ, ਫੇਰ ਪਤਾ ਲੱਗਣਾ ਚੋਰ ਕੌਣ ਹੁੰਦੇ ਆ। ਕਾਲ ਮੈਂ ਓਪਨਲੀ ਕਹਿੰਦਾ, ਜਿਨ੍ਹਾਂ ਨੂੰ ਕਿਸੇ ਨੂੰ ਸ਼ੱਕ ਹੈ ਸਾਰੀਆਂ ਆਪੋ ਆਪਣੇ ਕਾਲ ਡਿਟੇਲਾਂ ਕਢਾ ਲੈਣਾ, ਫੇਰ ਪਤਾ ਲੱਗਦਾ ਵੀ ਖਲਿਆਣ ਲੰਗਰ 'ਚ ਬੈਠਾ ਕੀ ਕਹਿੰਦਾ ਕੀ ਕਹਿੰਦੇ। ਇੱਥੇ ਪੁੱਛਾਂ ਨਹੀਂ ਦੇ ਹੁੰਦੀਆਂ। ਮੈਂ ਬਹੁਤ ਸਤਿਕਾਰਯੋਗ ਸਾਡਾ ਦੁਆਬਾ ਕਿਸਾਨ ਯੂਨੀਅਨ ਸੰਘਰਸ਼ ਜਿਹੜਾ ਦੁਆਬੇ ਦੇ ਮੇਰੇ ਛੋਟੇ ਭਰਾ ਗੁਰਦੀਪ ਸਰਪੰਚ, ਦੀਪਾ ਜੀ ਰਾਣਾ ਜੱਟਾਂ ਤੋਂ ਗਿਆਨ ਹੋਣੇ, ਸਾਰੇ ਹੀ ਮਤਲਬ ਸਾਹਨੀ ਸਾਹਿਬ ਸਾਡੇ, ਮੂਸਾਪੁਰ ਸਾਹਿਬ, ਰਾਏ ਮਨਜੀਤ ਰਾਏ ਜੀ, ਉਹ ਥੋੜ੍ਹਾ ਜਿਹਾ ਮੇਰੇ ਵਾਂਗੂ ਥੋੜ੍ਹਾ ਜਿਹਾ ਜਸ਼ੀਲਾ ਬੋਲ ਜਾਂਦੇ ਆ, ਕਈ ਵਾਰੀ ਉਹਨਾਂ ਨੂੰ ਸਾਹਮਣਾ ਵੀ ਕਰਨਾ ਪੈਂਦਾ। ਪਰ ਦੁਆਬਾ ਕਿਸਾਨ ਯੂਨੀਅਨ ਬੜੇ ਸੁਚੱਜੇ ਢੰਗ ਦੇ ਨਾਲ ਲੰਗਰ ਚਲਾ ਰਹੇ ਆ, ਸੁਚੱਜੇ ਢੰਗ ਦੇ ਨਾਲ ਇੱਥੇ ਸੇਵਾ ਚੱਲ ਰਹੀ ਆ। ਤੇਲ ਫਰੀ ਆ, ਤੁਹਾਨੂੰ ਜਿੱਦਾਂ ਦੱਸਿਆ ਸੇਵਾਦਾਰਾਂ ਨੇ। ਪਰਮਾਤਮਾ ਕਰੇ ਮੋਦੀ ਦੀ ਧੌਣ ਦਾ ਕੀਲਾ ਟੁੱਟੇ ਤੇ ਸਾਡੇ ਜਿਹੜੇ ਕਿਸਾਨ ਜਥੇਬੰਦੀਆਂ ਸੁੱਖੀ ਸਾਂਦੀ ਘਰ ਨੂੰ ਆਉਣ। ਬਾਕੀ ਮੈਂ ਇੱਕ ਅਪੀਲ ਕਰਦਾ, 22 ਤੋਂ 23-24 ਦੇ ਵਿੱਚ ਸਾਰੇ ਹੀ ਕਿਸਾਨ ਆਗੂਆਂ ਨੂੰ ਕਹਿੰਦੇ ਕਿ ਇੱਥੋਂ ਲੰਗਰ ਦੇ ਕੋਲੋਂ ਆਪਣੀਆਂ ਟਰਾਲੀਆਂ ਜੋ ਵੀ ਇੱਥੋਂ ਮੈਸੇਜ ਲੈ ਕੇ ਤੁਰਨ ਕਿ ਜਿਹੜਾ 26 ਦਾ ਜੋ ਵੀ ਜਥੇਬੰਦੀਆਂ ਦਾ ਫੈਸਲਾ ਉਹਨੂੰ ਸਿਰੇ ਚਾੜਿਆ ਜਾਵੇ। ਭਾਜਪਾ ਵਾਲੇ ਕਹਿੰਦੇ ਮੋਦੀ ਦੇ ਮੂੰਹ 'ਚੋਂ ਜਿਹੜੀ ਗੱਲ ਨਿਕਲ ਗਈ ਵਾਪਸ ਨਹੀਂ ਪੈਂਦੀ, ਪਾ ਦੂੰਗੇ ਐਤਕੀ? ਇਹ ਸਿੰਘਾਂ ਨੇ, ਮੈਨੂੰ ਤਾਂ ਹੁਣ ਚਲੋ ਇਹੀ ਆਪਣੇ ਬਜ਼ੁਰਗਾਂ ਕੋਲੋਂ ਹੀ ਸੁਣਦੇ ਆ ਵੀ 13 ਵਾਰ ਦਿੱਲੀ ਜਿੱਤੀ ਆ। ਇਹ ਡੂਮਣੇ ਨਾਲ ਪੰਗਾ ਲੈ ਕੇ ਮੋਦੀ ਨੇ ਕਿੱਥੇ ਜਾਣਾ? ਉਹਨੂੰ ਮੰਨਣਾ ਪੈਣਾ। ਮੈਂ ਹਜੇ ਵੀ ਇਹ ਗੱਲ ਕਹਿਣਾ ਆ, ਉਹ ਭਰਾਵੋ ਮੁੜ ਕੇ ਸੰਘਰਸ਼ ਮੁੱਕ ਜਾਊ, ਜਿੱਥੇ ਮਰਜੀ ਜਾਇਓ, ਸੰਘਰਸ਼ ਮੁੱਕ ਜਾਊ, ਸਾਡੇ ਹੱਕ ਜੋ ਜਿੱਥੇ ਮਰਜੀ ਜਾਇਓ। ਅੱਜ ਦੀ ਤਰੀਕ ਦੇ ਵਿੱਚ ਕਿਸਾਨ ਜਥੇਬੰਦੀਆਂ ਦਾ ਸਾਥ ਪਿੱਛੇ ਰਹਿ ਕੇ ਦਵੋ, ਲੀਡਰ ਬਣ ਕੇ ਨਾ ਦਵੋ। ਜਿਹੜੇ 6-6 ਸਾਲ ਤੋਂ ਕਿਸਾਨ ਜਥੇਬੰਦੀਆਂ ਦੀ ਲੜਾਈ ਲੜਦੇ ਆ, ਆਪਾਂ ਉਹਨਾਂ ਦਾ ਸਾਥ ਦਈਏ ਕਿ ਇਸ ਸੰਘਰਸ਼ ਨੂੰ ਅਸੀਂ ਸਿਰੇ ਚਾੜ ਸਕੀਏ। ਸਿਆਸਤ ਦਾ ਤੁਹਾਡੇ ਖੂਨ ਦੇ ਵਿੱਚ ਰਚੀ ਆ। ਹੁਣ ਤੁਹਾਡੇ ਸ਼ਹਿਰ ਦੇ ਵਿੱਚ ਵੀ ਚੋਣ ਹੋਣ ਜਾ ਰਹੀ ਆ। ਕਾਂਗਰਸ ਕਹਿ ਰਹੀ ਆ ਅਸੀਂ ਜਿੱਤਣਾ, ਤੇ ਬੀਜੇਪੀ ਕਹਿੰਦੀ ਅਸੀਂ ਜਿੱਤਣਾ, ਅਕਾਲੀ ਦਲ ਵੀ ਪੱਬਾਂ ਭਾ ਰਿਹਾ। ਕਿੱਧਰ ਦੀ ਮਦਦ ਕਰਨੀ ਤੁਸੀਂ? ਮੇਰੇ ਬਲੱਡ ਦੇ ਵਿੱਚ ਸਿਆਸਤ ਨਹੀਂ ਬੜੀ। ਮੇਰੇ ਬਲੱਡ ਦੇ ਵਿੱਚ ਮੇਰੇ ਫਾਦਰ ਸਾਹਿਬ 65 ਦੀ ਲੜਾਈ ਦੇ ਵਿੱਚ ਜ਼ਖਮੀ ਹੋਏ ਸੀ, ਜਿਨ੍ਹਾਂ ਦੀ ਲੱਤ ਡੈਮੇਜ ਹੋ ਗਈ ਸੀ ਮਿਲਟਰੀ ਦੇ ਵਿੱਚ। 61 62 65 71 ਦੀ ਲੜਾਈ ਉਹਨਾਂ ਨੇ ਲੜੀ ਹੈ। ਸਿਆਸਤ ਮੈਂ ਹੁਣ ਤੁਹਾਨੂੰ, ਮੈਨੂੰ ਆਪੂ ਨੂੰ ਸ਼ੌਂਕ ਸੀ ਛੋਟੇ ਹੁੰਦੇ ਨੂੰ, 15-16 ਸਾਲ ਦਾ ਪੰਚਾਇਤ ਦੇ ਪਿੱਛੇ ਬਹਿ ਜਾਣਾ। ਸਾਡੇ ਸਕੂਲ ਦੇ ਵਿੱਚ ਜਦੋਂ ਕੋਈ ਚਿੱਟੇ ਕੱਪੜਿਆਂ ਵਾਲਾ ਆਉਣਾ, ਮੈਂ ਦੇਖਣਾ ਲੀਡਰ ਕਿੱਦਾਂ ਬਣਦੇ ਆ। ਮੇਰੀ ਇਹ ਮੇਰੀ ਪਿਛੋਕੜ, ਮੇਰਾ ਸਿਆਸਤ ਨਹੀਂ ਹੈਗਾ ਪਿਛੋਕੜ ਮੇਰਾ। ਇਹ ਆਮ ਮੇਰੇ ਫਾਦਰ ਸਾਹਿਬ, ਮੇਰੀ ਬਾਕੀ ਸਾਰੀ ਫੈਮਿਲੀ NRI ਹੈ। ਮੇਰੇ ਫਾਦਰ ਸਾਹਿਬ ਮਿਲਟਰੀ ਸੀਗੇ, ਉਹਨਾਂ 14 ਦੀ ਡੈਥ ਹੋ ਗਈ। ਇਹ ਮੈਨੂੰ ਆਪੂ ਨੂੰ ਸ਼ੌਂਕ ਸੀ। ਈਵਨ ਮੇਰੇ ਗਾਂ ਬੇਟਾ ਮੇਰਾ ਖੇਤੀ ਕਰਦਾ, ਡੇਅਰੀ ਚਲਾਉਂਦਾ, ਉਹਨੂੰ ਵੀ ਸ਼ੌਂਕ ਨਹੀਂ ਹੈਗਾ। ਪਰ ਸਾਫ਼ ਬੰਦੇ ਲਈ ਪੋਲੀਟੀਕਲ ਲਾਈਨ ਜਿਹੜੀ ਬੜੀ ਔਖੀ ਆ, ਇਸ ਕਰਕੇ ਮੇਰੇ 'ਚ ਬਲੱਡ ਜੱਟਾਂ ਵਾਲਾ, ਜ਼ਿਮੀਂਦਾਰਾਂ ਵਾਲਾ, ਫੌਜੀਆਂ ਵਾਲਾ ਆ। ਸਿਆਸਤ ਵਾਲਾ ਜੇ ਮੇਰੇ ਹੁੰਦਾ ਫਿਰ ਸ਼ਾਇਦ ਮੈਂ ਰਜਾਈ ਨਾ ਕਰਦਾ ਤੱਗੜ ਸਾਹਿਬ। ਤੇ ਹੁਣ ਜਿਹੜੀਆਂ ਚੋਣਾਂ ਆ, ਕਿਹਦੀ ਮਦਦ ਕਰਨੀ ਫੁਆੜੇ 'ਚ? ਖੁੱਲਾ ਸਮਾਨ ਥੱਲੇ ਖਲਿਆਣ ਬੈਠਾ, ਜੀ ਕਰੂ ਕਿਤੇ ਚਲ ਜਾਗੇ, ਜੀ ਕਰੂਗੇ। ਪਰ ਜਿੰਨਾ ਚਿਰ ਸਾਡਾ ਕਿਸਾਨੀ ਸੰਘਰਸ਼ ਨਹੀਂ ਮੁੱਕਦਾ, ਨੋ ਚੋਣਾਂ, ਨੋ ਕਮੈਂਟ। ਕੋਈ ਚੋਣਾਂ ਚਾਣਾ ਨਹੀਂ ਸਾਡੇ ਲਈ। ਪਹਿਲਾਂ ਸਾਡੀ ਲੜਾਈ, ਸਾਡਾ ਹੱਕ ਇੱਥੇ ਰੱਖ, ਫਿਰ ਅਸੀਂ ਦੇਖਾਂਗੇ ਕੀ ਕਰਨਾ। ਕੀ ਮੈਨੂੰ ਕੋਈ ਮਤਲਬ ਨਹੀਂ ਹੈਗਾ ਕੌਣ ਮੇਅਰ ਬਣਦਾ, ਕੌਣ MC ਬਣਦਾ। ਐਵੇਂ ਉਹਦਾ ਜੋੜੀ ਜਾਂਦੇ ਆ, ਕੋਈ ਕਹੀ ਜਾਂਦਾ ਇੱਧਰ ਨੂੰ ਚਲ ਜਾਣਾ, ਇੱਧਰ ਐਵੇਂ ਆਪਣੇ ਕੈਸੇ ਕੱਸੀ ਜਾਂਦੇ ਆ। ਪਰ ਮੈਂ ਸਪਸ਼ਟ ਕਰ ਦੇਣਾ ਚਾਹੁੰਦਾ, ਜਿੰਨਾ ਚਿਰ ਸਾਡਾ ਕਿਸਾਨੀ ਸੰਘਰਸ਼ ਨਹੀਂ ਮੁੱਕਦਾ, ਮੈਂ ਕਿਸਾਨ ਜਥੇਬੰਦੀਆਂ ਦੀ ਪਿੱਛੇ ਰਹਿ ਕੇ ਸਪੋਰਟ ਕਰਨੀ। ਇੱਕ ਮੈਂ ਹੋਰ ਵਹਿਮ ਕੱਢ ਦਿੰਦਾ ਕਿ ਮੈਂ ਕੋਈ ਸੰਘਰਸ਼ ਕਿਸਾਨ ਜਥੇਬੰਦੀਆਂ ਦਾ ਮੈਂਬਰ ਤੱਕ ਬਣਨ ਲਈ ਤਿਆਰ ਨਹੀਂ। ਮੈਂ ਪਿੱਛੇ ਇੱਕ ਕਿਸਾਨ ਬਣ ਕੇ ਸਪੋਰਟ ਕਰਨ ਲਈ ਤਿਆਰ ਹਾਂ। ਮੇਰੇ ਮਨ ਦੇ ਵਿੱਚ ਸਾਡੇ ਪੰਜਾਬ ਦੀ ਜਿੱਤ ਹੋਵੇ, ਸਾਡੇ ਕਿਸਾਨਾਂ ਦੀ ਜਿੱਤ ਹੋਵੇ, ਸਾਡੇ ਜਿਹੜੇ ਸ਼ਹੀਦ ਹੋ ਗਏ ਕਿਸਾਨ ਉਹਨਾਂ ਦੀ ਜਿੱਤ ਹੋਵੇ। ਮੈਂ ਤੱਗੜ ਸਾਹਿਬ ਇੱਕ ਤੁਹਾਡਾ ਹੋਰ ਬਹੁਤ ਧੰਨਵਾਦ ਕਰਦਾ, ਜਿਹੜਾ ਤੁਸੀਂ ਇਸ ਕਿਸਾਨ ਜਥੇਬੰਦੀ ਦਾ ਜਿਹੜਾ ਆ ਸਾਡਾ ਕੀ ਇਹਨੂੰ ਕਹਿੰਦੇ ਹੁੰਦੇ ਆਪਾਂ ਅਸਥਾਨ ਹੈ, ਸਾਡਾ ਪਰਿਵਾਰ ਜਿਹੜਾ, ਇਸ ਪਰਿਵਾਰ ਦੇ ਵਿੱਚ ਜਿਹੜੀ ਬਹਿ ਕੇ ਤੁਸੀਂ ਇੰਟਰਵਿਊ ਲਈ ਹੈ ਨਾ, ਇਹ ਪਰਿਵਾਰ ਦੇ ਵਿੱਚ ਜਿਹੜੀ ਇੰਟਰਵਿਊ ਲਈ ਆ, ਤੱਗੜ ਸਾਹਿਬ ਤੁਹਾਡਾ ਕੋਟ ਧੰਨਵਾਦ ਕਰਦਾ। ਜਿਹੜਾ ਤੁਸੀਂ ਮੈਨੂੰ ਕਾਲਰੋਂ ਫੜ ਕੇ ਬਾਹਰ ਨਹੀਂ ਲਗਾਏ,
ਇਹ ਤੁਹਾਡੀ ਬਹੁਤ ਮਿਹਰਬਾਨੀ ਆ। ਹੁਣ ਮੇਰਾ ਦੀਪਾ ਸਾਡਾ ਸਰਪੰਚ ਬੜਾ ਪੁਰਾਣਾ ਸੰਘਰਸ਼ ਲੜਦਾ, ਰਾਣਾ ਜੱਟਾਂ ਤੋਂ ਬਲਾਕ ਸੰਮਤੀ ਮੈਂਬਰ ਵੀ ਆ, ਉਹ ਵੀ ਹੁਣੇ ਆਏ ਆ, ਉਹਨਾਂ ਦੇ ਵੀ ਦੋ ਵਿਚਾਰ ਲੈ ਲਓ। ਸੋ ਵੱਡੀ ਗੱਲ ਇਹ ਆ ਵੀ ਜਿਹੜੇ ਭੁਲੇਖੇ ਸਨ ਫਗਵਾੜਾ ਦੀ ਸਿਆਸਤ ਨੂੰ ਲੈ ਕੇ ਵੀ ਇੰਦਰਜੀਤ ਖਲਿਆਣ ਭਾਜਪਾ ਛੱਡ ਗਿਆ ਕੁਝ ਮਹੀਨਿਆਂ ਲਈ ਜਾਂ ਕੁਝ ਦਿਨਾਂ ਲਈ, ਕਿਸਾਨੀ ਸੰਘਰਸ਼ ਮੁੱਕ ਜਾਣਾ, ਫਿਰ ਭਾਜਪਾ ਦੇ ਖੇਮੇ ਵਿੱਚ ਚਲਾ ਜਾਣਾ, ਜਾਂ ਆਉਣ ਵਾਲੇ ਸਮੇਂ 'ਚ ਜਿਹੜਾ ਇਹਨਾਂ ਨੇ ਕਹਿ ਰਹੇ ਸੀ ਕਿ ਇਹਨਾਂ ਨੇ ਭਾਜਪਾ ਪਾਰਟੀ ਨਹੀਂ ਛੱਡੀ, ਸਿਰਫ ਆਪਣੇ ਅਹੁਦੇ ਛੱਡੇ ਆ, ਜਾਂ ਕਹਿੰਦੇ ਸੀ ਮੂਹਰੇ ਚੋਣਾਂ ਆਉਣੀਆਂ ਉਹਦੇ ਵਿੱਚ ਇਹਨਾਂ ਦਾ ਕੋਈ ਵੱਖਰਾ ਰੰਗ ਹੋਣਾ, ਉਹ ਸਾਰੇ ਜਿਹੜੇ ਕਿਆਸੇ ਲੋਕਾਂ ਵੱਲੋਂ ਲਗਾਏ ਜਾ ਰਹੇ ਸੀ ਉਹ ਅਸੀਂ ਅੱਜ ਕਲੀਅਰ ਕਰਨ ਦੀ ਕੋਸ਼ਿਸ਼ ਕੀਤੀ। ਇਹਨਾਂ ਨੇ ਸਪਸ਼ਟ ਤੌਰ ਤੇ ਕਹਿ ਦਿੱਤਾ ਵੀ ਭਾਜਪਾ ਪੂਰੀ ਤਰ੍ਹਾਂ ਪਾਰਟੀ ਛੱਡ ਦਿੱਤੀ ਆ ਤੇ ਮੁੜ ਕੇ ਭਾਜਪਾ ਦੇ ਵਿੱਚ ਨਹੀਂ ਜਾਣਾ। ਚੋਣਾਂ ਵਿੱਚ ਕੋਈ ਜਿੱਤੇ ਕੋਈ ਹਾਰੇ, ਇਹਨਾਂ ਨੂੰ ਕਿਸੇ ਨਾਲ ਕੋਈ ਮਤਲਬ ਨਹੀਂ, ਤੇ ਜਿਹੜਾ ਕਿਸਾਨੀ ਅੰਦੋਲਨ ਆ ਉਹਨੂੰ ਚਲਾਉਣ ਦੇ ਲਈ ਜਿਹੜਾ ਕਿ ਪਿੱਛੇ ਰਹਿ ਕੇ ਜੀ ਜਾਨ ਲਗਾਉਣਗੇ। ਕੈਮਰਾਮੈਨ ਪਵਨ ਦੇ ਨਾਲ ਹਰਦੀਪ ਸਿੰਘ ਤੱਗੜ, ਸਾਂਝ ਟੀਵੀ, ਫਗਵਾੜਾ। ਫਗਵਾੜੇ ਸਿੰਗਟ੍ਰੋਨਿਕ ਨੇ ਮੋਬਾਈਲਾਂ ਦੀ ਦੁਨੀਆ ਵਿੱਚ ਕੀਤਾ ਧਮਾਕਾ। ਕੋਈ ਵੀ ਨਵਾਂ ਫੋਨ ਖਰੀਦੋ ਤੇ ਨਾਲ ਲੈ ਜਾਓ ਦੂਜਾ ਫੋਨ ਫ੍ਰੀ। ਇੱਥੇ ਆਨਲਾਈਨ ਨਾਲੋਂ ਵੀ ਮਿਲ ਰਹੇ ਨੇ ਸਸਤੇ ਫੋਨ। ਸਾਂਝ ਟੀਵੀ ਦੇ ਦਰਸ਼ਕਾਂ ਲਈ ਨਿਕਲਣਗੇ ਕਈ ਵੱਡੇ ਇਨਾਮ। ਨਾਲ ਹੀ ਸੈਕਿੰਡ ਹੈਂਡ ਫੋਨ ਖਰੀਦੋ ਤੇ ਪਸੰਦ ਨਾ ਆਉਣ ਤੇ 7 ਦਿਨਾਂ ਵਿੱਚ ਵਾਪਸ ਕਰਕੇ ਨਵਾਂ ਲੈ ਜਾਓ। ਗ੍ਰਾਹਕ ਦਾ ਸਮਾਂ ਬਚਾਉਂਦੇ ਹੋਏ ਸਿਰਫ 1 ਘੰਟੇ ਦੇ ਅੰਦਰ ਅੰਦਰ ਕੀਤੀ ਜਾਂਦੀ ਹੈ ਮੋਬਾਈਲ ਦੀ ਰਿਪੇਅਰ। ਫਿਰ ਦੇਰ ਕਿਸ ਗੱਲ ਦੀ, ਅੱਜ ਹੀ ਪਹੁੰਚੋ ਸਿੰਗਟ੍ਰੋਨਿਕ ਮੋਬਾਈਲਸ, ਗੈਜਟਸ ਐਂਡ ਮੋਰ, ਗੁਰੂ ਹਰਗੋਬਿੰਦ ਨਗਰ, ਫਗਵਾੜਾ। ਵਧੇਰੇ ਜਾਣਕਾਰੀ ਲਈ ਸੰਪਰਕ ਕਰੋ 9814401824, 98552 22000।